ਪਿਛਲੇ ਦਿਨੀ ਨਾਰਵੇ ਸਰਕਾਰ ਵੱਲੋਂ ਦਸਤਾਰ ਦੇ ਸਬੰਧ ਵਿੱਚ ਲਏ ਗਏ ਫੈਸਲੇ ਦੀ ਖੁਸ਼ੀ ਵਿੱਚ ਸਿੱਖ ਸੰਗਤ ਵੱਲੋਂ ਗੁਰੂ ਘਰ ਉਸਲੋ ਵਿਖੇ ਸ਼ੁਕਰਾਨਾ ਅਰਦਾਸ ਕੀਤੀ ਗਈ। ਇਸ ਦੌਰਾਨ ਯੰਗ ਸਿੱਖ ਆਰਗੇਨਾਈਜੇਸ਼ਨ ਸਮੇਤ ਭਾਰਤੀ ਐਮਬੈਸਡਰ ਦੀ ਬਾਲਾ ਬਾਸਕਰ ਅਤੇ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲ ਵੀ ਮੌਜੂਦ ਸਨ। ਅਤੇ ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਚੱਲ ਰਹੇ ਦਸਤਾਰ ਮਸਲੇ ਦੇ ਸਬੰਧ ਵਿੱਚ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਸ਼ਮਾ ਸਵਰਾਜ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਭਾਰਤੀ ਰਾਜਨੀਤਿਕ ਹਸਤੀਆਂ ਨੇ ਵੀ ਨਾਰਵੇ ਸਿੱਖ ਦੀ ਦਸਤਾਰ ਮਸਲੇ ਦੇ ਹੱਲ ਲਈ ਬਣਦਾ ਯੋਗਦਾਨ ਪਾਇਆ ਸੀ, ਜਿਸ ਦਾ ਸੰਗਤ ਵੱਲੋਂ ਧੰਨਵਾਦ ਕੀਤਾ ਗਿਆ। ਸੋ ਗੱਲ ਕਰਦੇ ਹਾਂ ਸਰਦਾਰ ਮਲਕੀਤ ਸਿੰਘ ਜੀ ਨਾਲ, ਜੋ ਇਸ ਕੇਸ ਜੋ ਇਹ ਪੱਗ ਦੀ ਜੋ ਪ੍ਰੋਬਲਮ ਸੀ, ਪੱਗ ਉਤਾਰਨ ਦੀ ਕਰਨ ਤੋਂ ਇਹ ਪ੍ਰੋਬਲਮ ਆਈ ਸੀਗੀ। ਸਭ ਤੋਂ ਪਹਿਲਾਂ ਉਹ ਇਹਨਾਂ ਨੂੰ ਆਈ ਸੀਗੀ। ਸੋ ਇਹਨਾਂ ਦੀ ਹੀ ਪੱਗ ਜੋ ਇਹਨਾਂ ਨੂੰ ਉਤਾਰਨ ਲਈ ਕਿਹਾ ਗਿਆ ਸੀਗਾ। ਔਰ ਜੋ ਸਾਰਾ ਕੇਸ ਚੱਲਿਆ 2014 ਤੋਂ ਲੈ ਕੇ ਹੁਣ ਤੱਕ, ਇਹ ਤਕਰੀਬਨ ਭਾਵੇਂ ਕਿ ਪੂਰੀ ਸਿੱਖ ਸੰਗਤ ਵੱਲੋਂ ਲੜਿਆ ਗਿਆ, ਪੂਰੇ ਨਾਰਵੇ ਦੇ ਸਿੱਖਾਂ ਵੱਲੋਂ ਲੜਿਆ ਗਿਆ, ਪਰ ਉਹ ਇਹਨਾਂ ਦੇ ਨਾਮ ਤੇ ਲੜਿਆ ਗਿਆ। ਸੋ ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਮੁਸ਼ਕਿਲ ਆਈਆਂ। ਮਲਕੀਤ ਸਿੰਘ ਜੀ, ਕੀ ਮੁਸ਼ਕਿਲ ਸੀਗੀ? ਤੁਸੀਂ ਸਭ ਤੋਂ ਪਹਿਲਾਂ ਤੁਹਾਡੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਤੁਹਾਨੂੰ ਪਾਸਪੋਰਟ ਨਹੀਂ ਮਿਲਿਆ, ਔਰ ਤੁਸੀਂ ਉਹ ਲੈਣਾ ਨਹੀਂ ਚਾਹਿਆ। ਇੱਕ ਤਰ੍ਹਾਂ ਨਾਲ ਜੋ ਆਇਡੈਂਟੀ ਸੀਗੀ ਕਿ ਪੱਗ ਦੇ ਉਤਾਰ ਕੇ ਜੋ ਤੁਹਾਡੀ ਆਇਡੈਂਟੀ ਲਈ ਸੀ ਉਹ ਤੁਸੀਂ ਲੈਣਾ ਨਹੀਂ ਚਾਹੇ। ਸੋ ਕਿਸ ਤਰ੍ਹਾਂ ਮਹਿਸੂਸ ਹੈ? ਸਾਨੂੰ ਥੋੜ੍ਹਾ ਜਿਹਾ ਇੱਕ ਹਲਕਾ ਸਾਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਦੀ ਗੌਰਮੈਂਟ ਨੇ ਕਾਨੂੰਨ ਚੇਂਜ ਕੀਤਾ ਸੀ ਕਿ ਕੋਈ ਵੀ ਜਿਹਨੇ ਵੀ ਪਾਸਪੋਰਟ ਬਣਵਾਉਣਾ ਹੈ ਨਾ, ਉਹਦੇ ਕੰਨ ਦਿਖਣੇ ਚਾਹੀਦੇ ਨੇ। ਜਦੋਂ ਤੁਹਾਨੂੰ ਉੱਥੇ ਪਾਸਪੋਰਟ ਲੈਣ ਜਾਣਾ ਪੈਣਾ ਸੀਗਾ ਤੇ ਤੁਹਾਨੂੰ ਫਿਰ ਪੱਗ ਆਪਣੀ ਜਾਂ ਤਾਂ ਲਾ ਕੇ ਦੁਬਾਰਾ ਬੰਨ੍ਹਣੀ ਪੈਣੀ ਸੀ ਜਿਹਦੇ 'ਚ ਕੰਨ ਦਿਖਣ, ਜਾਂ ਤੁਹਾਨੂੰ ਆਪਣੀ ਪੱਗ ਚੱਕਣੀ ਪੈਣੀ ਸੀ, ਜਾਂ ਤੁਸੀਂ ਬਿਨਾਂ ਪੱਗ ਤੋਂ ਤੁਸੀਂ ਉਹਨਾਂ ਨੂੰ ਫੋਟੋ ਆਪਣੀ ਪਾਸਪੋਰਟ 'ਤੇ ਲਵਾਓ। ਜਦੋਂ ਮੈਂ ਉਹਨਾਂ ਕੋਲ ਪਾਸਪੋਰਟ ਲੈਣ ਗਿਆ ਤਾਂ ਉਹ ਕਹਿੰਦੇ ਇੱਦਾਂ ਕਰਨੀ। ਫਿਰ ਮੈਨੂੰ ਬੜਾ ਮਹਿਸੂਸ ਜਿਹਾ ਹੋਇਆ ਵੀ ਇਹ ਠੀਕ ਨਹੀਂ ਹੈ। ਮੈਂ ਜਿਵੇਂ ਚਲੋ ਮਾੜੇ ਜਿਹੇ ਕੰਨ ਥੱਲੋਂ ਦਿਖਦੇ ਹੁੰਦੇ ਨੇ ਤੇ ਮੈਂ ਉਹਨੂੰ ਕਿਹਾ ਵੀ ਇੱਦਾਂ ਤੁਸੀਂ ਖਿੱਚ ਲਓ। ਉਹ ਕਹਿੰਦੇ ਨਹੀਂ, ਅਸੀਂ ਇਸ ਤਰ੍ਹਾਂ ਨਹੀਂ, ਅਸੀਂ ਤਾਂ ਪੂਰੇ ਕੰਨ ਦਿਖਣੇ ਚਾਹੀਦੇ ਨੇ। ਮੈਂ ਮਜੂਸ ਜਿਹਾ ਹੋ ਕੇ ਫਿਰ ਉਹਨਾਂ ਕੋਲ ਵਾਪਸ ਆ ਗਿਆ। ਮੈਂ ਕਿਉਂਕਿ ਇੱਥੇ ਟਾਈਮ ਲੈਣਾ ਪੈਂਦਾ ਜਦੋਂ ਤੁਸੀਂ ਪਾਸਪੋਰਟ ਲੈ ਕੇ ਆਉਣਾ। ਫਿਰ ਮੈਂ ਉਹਨਾਂ ਤੋਂ ਦੁਬਾਰਾ ਟਾਈਮ ਲਿਆ। ਫਿਰ ਮੈਂ ਦੁਬਾਰਾ ਗਿਆ ਛੋਟੀ ਦਸਤਾਰ ਸਜਾ ਕੇ, ਪਰ ਕੰਨ ਢੱਕੇ ਹੋਏ ਸੀ ਕਿਉਂਕਿ ਉਹ ਕਹਿੰਦੇ ਨਹੀਂ ਕੰਨ ਦਿਖਣੇ ਚਾਹੀਦੇ ਨੇ, ਅਸੀਂ ਇਸ ਤਰ੍ਹਾਂ ਇਹਨੂੰ ਅਸੈਪਟ ਨਹੀਂ ਕਰਦੇ, ਅਸੀਂ ਬਣਾ ਨਹੀਂ ਸਕਦੇ। ਫਿਰ ਵੀ ਮੈਂ ਵਾਪਸ ਆ ਗਿਆ। ਫਿਰ ਉਹ ਕਹਿੰਦੇ ਵੀ, ਮੈਂ ਕਿਹਾ ਵੀ ਤੂੰ ਮੈਨੂੰ ਆਪਣੇ ਵੱਡੇ ਕਿਸੇ ਆਫਿਸਰ ਨਾਲ ਗੱਲ ਕਰਾ ਦੇ ਨਾ ਤੂੰ ਮੇਰੀ। ਉਹ ਫਿਰ ਕਿਉਂਕਿ ਉਹਨੇ ਫਿਰ ਆਪਣੇ ਜਿਹੜੇ ਉਹਨਾਂ ਦੇ ਕਾਨੂੰਨ ਦੇ ਹੁੰਦੇ ਨੇ, ਕਹਿੰਦੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਮੈਨੂੰ ਉਹਨਾਂ ਦਾ ਨੰਬਰ ਦਿੱਤਾ, ਮੈਂ ਉਹਨੂੰ ਫੋਨ ਕੀਤਾ। ਉਹ ਕਹਿੰਦੇ ਅਸੀਂ ਤੇਰਾ ਪਾਸਪੋਰਟ ਬਣਾ ਦਿੰਦੇ ਹਾਂ, ਪਰ ਬਣਾਉਣਾ ਤੈਨੂੰ ਇਸੇ ਤਰ੍ਹਾਂ ਪੈਣਾ ਹੈ। ਪਰ ਮੈਂ ਉਹਨਾਂ ਦਿਨਾਂ ਵਿੱਚ ਫੈਮਿਲੀ ਨੂੰ ਮਿਲਣ ਕੈਨੇਡਾ ਅਮਰੀਕਾ ਜਾਣਾ ਸੀਗਾ, ਟਿਕਟ ਵੀ ਲਈ ਹੋਈ ਸੀ। ਤੇ ਉਹ ਕਹਿੰਦੇ ਸੀ ਪਾਸਪੋਰਟ ਤੇਰਾ ਅਸੀਂ ਅੱਜ ਹੀ ਬਣਾ ਦਿੰਦੇ ਹਾਂ, ਤੂੰ ਆ ਕੇ ਲੈ ਜਾ, ਪਰ ਕੰਨ ਜ਼ਰੂਰ ਦਿਖਣੇ ਚਾਹੀਦੇ ਨੇ। ਫਿਰ ਮੈਂ ਆ ਗਿਆ। ਫਿਰ ਮੈਨੂੰ ਬੜਾ ਮਹਿਸੂਸ ਜਿਹਾ ਹੋਇਆ ਵੀ ਇਹ ਠੀਕ ਨਹੀਂ ਹੈ। ਕੱਲ੍ਹ ਨੂੰ ਉਹਨਾਂ ਦਾ ਅਗਲਾ ਸਟੈਪ, ਅੱਜ ਤਾਂ ਕੰਨ ਹੈ, ਕੱਲ੍ਹ ਨੂੰ ਉਹਨਾਂ ਦਾ ਸਟੈਪ ਅਗਲਾ ਇਹ ਵੀ ਹੋ ਸਕਦਾ ਕਿ ਤੁਸੀਂ ਪੱਗ ਤੋਂ ਬਿਨਾਂ ਫੋਟੋ ਖਿਚਾਓ। ਜੇ ਅਸੀਂ ਅੱਜ ਇੱਥੇ ਨਾ ਰੁਕੇ ਤੇ ਫਿਰ ਇਸ ਚੀਜ਼ ਬਾਰੇ ਬੜਾ ਆਉਣ ਵਾਲੇ ਸਮੇਂ 'ਚ ਬੱਚਿਆਂ 'ਤੇ ਸਾਡੇ 'ਤੇ ਬੜਾ ਅਸਰ ਪਏਗਾ ਕਿ ਸਾਨੂੰ ਇੱਦਾਂ ਪਾਸਪੋਰਟ ਲੈਣਾ ਪਏਗਾ। ਫਿਰ ਕਿੰਨੇ ਸਾਲ ਜਿਹੜੀ ਸੀਗੀ ਤੁਹਾਨੂੰ ਪਾਸਪੋਰਟ ਜਿਹੜਾ ਸੀਗਾ ਉਹਦੀ ਵੇਟ ਕਰਨੀ ਪਈ ਕਿ ਤੁਹਾਨੂੰ ਪੱਗ ਜਿਸ ਤਰ੍ਹਾਂ ਹੁਣ ਮਤਲਬ ਪਹਿਲਾਂ ਤੋਂ ਲੈ ਕੇ ਜਦੋਂ ਤੋਂ ਤੁਸੀਂ ਪਾਸਪੋਰਟ ਲੈਣ ਤੋਂ ਨਾ ਕਰ ਦਿੱਤੀ ਤਾਂ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਸਾਲ ਤੁਹਾਨੂੰ ਵੇਟ ਕਰਨੀ ਪਈ ਪਾਸਪੋਰਟ ਲੈਣ ਲਈ? ਔਰ ਕਿੰਨੇ ਸਾਲ ਤੁਸੀਂ ਟਰੈਵਲ ਕਰ ਸਕੇ ਸੀ ਕਿ ਬਾਹਰ ਨਾਰਵੇ ਤੋਂ ਬਾਹਰ ਜਾ ਸਕੇ ਸੀ ਕਿ ਨਹੀਂ ਜਾ ਸਕੇ? ਮੈਨੂੰ ਹੁਣ ਤਕਰੀਬਨ 3 ਸਾਲ ਦੀ ਵੇਟ ਕਰਨੀ ਪਈ, ਮੈਨੂੰ ਇਹ ਕਹਿ ਸਕਦੇ ਹਾਂ ਅਸੀਂ। ਪਰ ਮੈਂ ਫਿਰ ਕਿਤੇ ਵੀ ਨਹੀਂ ਜਾ ਸਕਿਆ ਕਿਉਂਕਿ ਮੇਰੇ ਕੋਲ ਪਾਸਪੋਰਟ ਕੋਈ ਨਹੀਂ ਸੀ, ਡਾਕੂਮੈਂਟ ਕੋਈ ਨਹੀਂ ਸੀ। ਫਿਰ ਮੈਂ ਜਿਹੜਾ ਜਿਵੇਂ ਹਰ ਸਾਲ ਇੰਡੀਆ ਜਾਈਦਾ ਸੀ, ਉਹ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕੀਤੇ ਫੈਮਿਲੀ ਨੂੰ ਮਿਲਣ ਵਾਸਤੇ। ਫਿਰ ਇਹ ਜਦੋਂ ਇਹ ਕੇਸ ਪਾਸਪੋਰਟ ਉਹਨਾਂ ਤੋਂ ਨਹੀਂ ਲਿਆ ਸੀ, ਇਹ ਗੱਲ ਫਿਰ ਜ਼ਰੂਰ ਆਈ ਸੀ ਕਿ ਅਸੀਂ ਆਪਣੇ ਇਹ ਸਾਰੇ ਕਾਰਜ ਛੱਡ ਨਹੀਂ ਸਕਦੇ। ਤਾਂ ਹੀ ਫਿਰ ਇਸ ਕਾਰਨ ਨੂੰ ਮੈਂ ਮਤਲਬ ਕਿ ਨਾ ਕਰ ਪਾਇਆ ਸੀ ਕਿ ਪਾਸਪੋਰਟ ਲੈਣਾ ਅਤੇ ਇਸ ਤਰ੍ਹਾਂ ਜਿਵੇਂ ਪੱਗ ਬੰਨ੍ਹੀ ਹੈ, ਦਸਤਾਰ ਸਜਾਈ ਹੈ, ਇਸੇ ਤਰ੍ਹਾਂ ਹੀ ਲੈਣਾ ਅਤੇ ਨਹੀਂ ਫਿਰ ਨਹੀਂ ਲੈਣਾ। ਸੋ ਇਹ ਕੋਈ ਛੋਟਾ ਕੇਸ ਨਹੀਂ ਸੀਗਾ, ਬੜਾ ਵੱਡਾ ਕੇਸ ਸੀਗਾ ਕਿਉਂਕਿ ਇਹ ਪੂਰੀ ਜਸਟਿਸ ਡਿਪਾਰਟਮੈਂਟ ਨਾਲ ਕੇਸ ਸੀ, ਪੂਰੀ ਨਾਰਵੇਜਨ ਗੌਰਮੈਂਟ ਦੇ ਨਾਲ ਕੇਸ ਸੀਗਾ। ਔਰ ਬੜੇ ਇੰਟਰਨੈਸ਼ਨਲ ਲੈਵਲ 'ਤੇ ਜੋ ਇਹ ਕੇਸ ਲੜਿਆ ਗਿਆ ਆ ਔਰ ਹਰ ਇੱਕ ਫੈਕਟ ਨੂੰ ਬਹੁਤ ਧਿਆਨ ਦੇ ਵਿੱਚ ਲੈ ਕੇ ਲੜਿਆ ਗਿਆ। ਤੁਹਾਨੂੰ ਕਿੱਥੋਂ ਲੱਗਿਆ ਕਿ ਤੁਹਾਨੂੰ ਜ਼ਿਆਦਾ ਸਪੋਰਟ ਜਿਹੜੀ ਸੀਗੀ ਕਿ ਇਹ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਸੀ, ਤੁਹਾਡੇ ਲਈ ਬੜਾ ਔਖਾ ਕੰਮ ਸੀ। ਸੋ ਜ਼ਿਆਦਾ ਸਪੋਰਟ ਜਿਹੜੀ ਸੀਗੀ ਤੁਹਾਨੂੰ ਕਿੱਥੋਂ ਮਿਲੀ? ਇੱਕ ਮੋਟੀਵੇਸ਼ਨ ਕਿੱਥੋਂ ਮਿਲੀ ਕਿ ਇਹ ਕੇਸ ਨੂੰ ਲੜਿਆ ਜਾਵੇ? ਜੀ, ਜਦੋਂ ਮੈਂ ਉਹਨਾਂ ਕੋਲ ਫਿਰ ਪਾਸਪੋਰਟ ਨਹੀਂ ਲੈ ਕੇ ਆਇਆ ਨਾ, ਫਿਰ ਮੈਂ ਆਪਣੇ ਇੱਥੇ ਗੁਰੂ ਘਰ ਗੱਲ ਕੀਤੀ, ਪੁੱਛਿਆ ਵੀ ਇੱਦਾਂ ਵੀ ਤੁਸੀਂ ਕੀ ਕੀਤਾ ਹੈ। ਕਈਆਂ ਸੱਚਾਈ ਤਾਂ ਇਹ ਹੈ ਵੀ ਕਈਆਂ ਤੋਂ ਜਾਣਕਾਰੀ ਮਿਲੀ ਕਿ ਉਹ ਲੈ ਆਏ। ਮੈਨੂੰ ਬੜਾ ਮਹਿਸੂਸ ਜਿਹਾ ਹੋਇਆ ਵੀ ਕੋਈ ਵੀ ਇਨਸਾਨ ਰੁਕਿਆ ਨਹੀਂ।
ਵੀ ਉਹ ਮੇਰੇ ਤੋਂ ਪਹਿਲਾਂ ਰੁਕਣਾ ਚਾਹੀਦਾ ਸੀ ਕਿ ਮੈਂ ਨਹੀਂ ਲੈ ਕੇ ਆਂਦਾ। ਮੈਨੂੰ ਇਸ ਚੀਜ਼ ਦਾ ਵੀ ਬੜਾ ਇੱਕ ਅਫਸੋਸ ਲੱਗਿਆ, ਕਿਉਂਕਿ ਜਦੋਂ ਇਹੋ ਜੀ ਗੱਲ ਹੁੰਦੀ ਹੈ ਤਾਂ ਸਿੱਖ ਨੂੰ ਫਿਰ ਪਹਿਲਾ ਜਿਹੜਾ ਬੰਦਾ ਹੈ ਉਸੇ ਨੂੰ ਹੀ ਖੜਨਾ ਚਾਹੀਦਾ, ਉਹੀ ਖਬਰ ਲੈ ਕੇ ਆਵੇ ਕਿ ਮੈਂ ਵੀ ਆਹ ਹੈਗੀ ਆ। ਫਿਰ ਜਦੋਂ ਚਲੋ ਫਿਰ ਸੋਚਿਆ ਕੇਸ ਕੀਤਾ ਜਾਵੇ। ਮੇਰੇ ਦੋ ਫਰੈਂਡ ਸੀ, ਪ੍ਰਮੋਦ ਸਿੰਘ ਤੇ ਰਜਿੰਦਰ ਸਿੰਘ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਆਪਾਂ ਕੇਸ ਲੜਦੇ ਹਾਂ, ਜਿਹੜੇ ਪੈਸੇ ਲੱਗਣਗੇ ਆਪਾਂ ਰਲ ਮਿਲ ਕੇ ਪਾ ਕੇ ਲੜਾਂਗੇ। ਚਲੋ ਫਿਰ ਵਿਚਾਰ ਬਣੀ ਕਿ ਗੁਰੂ ਕਮੇਟੀ ਨਾਲ ਗੱਲ ਕੀਤੀ ਜਾਵੇ। ਫਿਰ ਜਦੋਂ ਅਸੀਂ ਕਮੇਟੀ ਨਾਲ ਗੱਲ ਕੀਤੀ, ਹੁੰਗੇ ਸਿੱਖਾਂ ਨਾਲ ਗੱਲ ਕੀਤੀ, ਫਿਰ ਇਹਨਾਂ ਨੇ ਕਿਹਾ ਸੀ ਅਸੀਂ ਸਾਰਾ ਕੇਸ ਅਸੀਂ ਤੁਹਾਡਾ ਅੱਗੇ ਫੋਲੋ ਕਰਾਂਗੇ, ਤੁਸੀਂ ਫਿਕਰ ਨਾ ਕਰੋ। ਫਿਰ ਸਾਡੇ ਇੱਥੇ ਤਿੰਨ ਗੁਰੂ ਘਰ ਨੇ ਸਾਡੇ, ਫਿਰ ਤਿੰਨੇ ਗੁਰੂ ਘਰਾਂ ਨੇ ਪੂਰਾ ਸੰਯੋਗ ਦਿੱਤਾ ਨਾਲ ਕੇਸ ਲੜਨ ਵਾਸਤੇ। ਉਹਨਾਂ ਨੇ ਮਤਲਬ ਕਿ ਜੋ ਵੀ ਖਰਚਾ ਹੋਣਾ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਚੱਕੀ ਕਿ ਅਸੀਂ ਸਾਰਾ ਸੰਗਤ ਗੁਰੂ ਦੀ ਗੋਲਕ ਵਿੱਚੋਂ ਹੀ ਕੇਸ ਲੜਾਂਗੇ ਅਤੇ ਤੁਹਾਡਾ ਕੇਸ ਲੜਿਆ ਜਾਏਗਾ। ਸੋ ਇਸ ਟਾਈਮ ਅਸੀਂ ਸੁਮੀਤ ਸਿੰਘ ਜੀ ਨਾਲ ਗੱਲ ਕਰ ਰਹੇ ਹਾਂ, ਜੋ ਕਿ ਜਿਨ੍ਹਾਂ ਨੇ 2014 ਤੋਂ ਲੈ ਕੇ ਹੁਣ ਤੱਕ ਇਹ ਕੇਸ ਜਿਹੜਾ ਸੀਗਾ ਉਹਦੀ ਪੈਰਵਾਈ ਕੀਤੀ ਆ, ਅੱਗੇ ਹੋ ਕੇ ਲੜੇ ਨੇਗੇ। ਇਹ ਇੱਥੋਂ ਉਂਗੇ ਸਿੱਖਰ ਜੋ ਯੂਥ ਆਰਗੇਨਾਈਜੇਸ਼ਨ ਹੈਗੀ ਆ, ਸਿੱਖ ਆਰਗੇਨਾਈਜੇਸ਼ਨ ਆ, ਉਹਦੇ ਮੋਢੀ ਵੀ ਰਹੇ ਨੇ ਤੇ ਹੁਣ ਵੀ ਬੜਾ ਕੰਮ ਕਰ ਰਹੇ ਨੇ। ਤੋ ਇਹਨਾਂ ਨੇ ਪੂਰੀ ਸਿੱਖ ਸੰਗਤ ਦੇ ਤਰਫੋਂ ਔਰ ਗੁਰਦੁਆਰਾ ਕਮੇਟੀਆਂ ਦੇ ਤਰਫੋਂ ਇਹਨਾਂ ਨੂੰ ਚੁਣਿਆ ਗਿਆ ਕਿ ਅੱਗੇ ਹੋ ਕੇ ਜਿਹੜਾ ਕੇਸ ਇਹਦੀ ਪੈਰਵਾਈ ਕਰਨ ਔਰ ਜੋ ਵੀ ਅੱਗੇ ਪ੍ਰੋਸੈਸ ਸੀਗੀ। ਕਿੰਨਾ ਡਿਫਿਕਲਟ ਕੇਸ ਰਿਹਾ ਸੁਮੀਤ ਜੀ, ਕਿ ਕਿਸ ਤਰ੍ਹਾਂ ਦੀ ਪ੍ਰੋਸੈਸ ਸੀਗੀ? ਤੁਹਾਨੂੰ ਲੱਗਦਾ ਕਿ ਕਿਸੇ ਇੱਕ ਬੰਦੇ ਦਾ ਕੰਮ ਸੀ ਜਾਂ ਇਹ ਕਿਸੇ ਇੱਕ ਪਰਸਨ ਦਾ ਜਾਂ ਕਿਸੇ ਇੱਕ ਆਰਗੇਨਾਈਜੇਸ਼ਨ ਦਾ ਕੰਮ ਸੀ, ਕਿਉਂਕਿ ਕਿਸ ਤਰ੍ਹਾਂ ਦੀ ਪ੍ਰੋਸੈਸ ਰਹੀ ਹੈਗੀ? ਹਾਂਜੀ ਬਿਲਕੁਲ, ਇੱਕ ਬੰਦੇ ਦੀ ਗੱਲ ਨਹੀਂ ਹੈਗੀ ਅਤੇ ਮੈਨੂੰ ਆਹੀ ਮਾਣ ਹੈਗਾ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਇੱਕ ਸਾਨੂੰ ਕਿਹਾ ਕਿ ਤੁਸੀਂ ਇੱਕ ਹੋ ਕੇ ਇੱਕ ਹੈਗੇ ਹੋ, ਦੋ ਨਹੀਂ ਇੱਕ ਹੈਗੇ ਹੋ। ਉਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਅਸੀਂ ਲੜੇ ਇੱਕ ਲੜੇ ਹਾਂ, ਲੇਕਿਨ ਅਸੀਂ ਬਹੁਤ ਲੋਕਾਂ ਦਾ, ਬਹੁਤ ਆਰਗੇਨਾਈਜੇਸ਼ਨ ਦਾ ਸਹਿਯੋਗ ਰਿਹਾ, ਕੰਟਰੀਬਿਊਸ਼ਨ ਰਿਹਾ। ਮੇਰਾ ਖਿਆਲ ਅਸੀਂ ਆਪਣੇ ਸਿੱਖ ਸੁਸਾਇਟੀ 'ਚ ਇੰਟਰਨਲ ਦੇਖੀਏ 40 ਕੁ ਬੰਦਿਆਂ ਨੇ ਹਿੱਸਾ ਦਿੱਤਾ, ਜਾਂ ਉਹ ਫੈਕਟਸ ਲਿਆਉਂਦੇ ਹੈਗਾ, ਜਾਂ ਉਹ ਪੋਲੀਟੀਸ਼ੀਅਨਾਂ ਨੂੰ ਪਹੁੰਚਣ ਤੱਕ ਹੈਗਾ, ਜਾਂ ਉਹ ਟੈਕਨੋਲੋਜੀ ਨੂੰ ਰਿਸਰਚ ਕਰਨ ਕਰਕੇ ਹੈਗਾ। ਉੱਥੇ ਇੰਡੀਅਨ ਐਮਬੈਸੀ ਦਾ ਬਹੁਤ ਕੰਟਰੀਬਿਊਸ਼ਨ ਰਿਹਾ। ਅਸੀਂ ਜਿਹੜਾ ਅਮੈਰੀਕਨ ਕੈਨੇਡੀਅਨ ਐਮਬੈਸੀ ਨਾਲ ਵੀ ਕੰਟੈਕਟ ਕੀਤਾ ਹੈ। ਜਿਹੜੇ ਮਿਨਿਸਟਰਾਂ ਤੱਕ ਪਹੁੰਚਣ ਤੱਕ ਇਹ ਇੱਕ ਬੰਦੇ ਦਾ ਬਿਲਕੁਲ ਨਹੀਂ ਹੈਗਾ ਮਤਲਬ ਇਹ ਵਨ ਮੈਨ ਸ਼ੋਅ ਨਹੀਂ ਹੈਗਾ। ਇਹ ਬਹੁਤ ਬੰਦਿਆਂ ਨੇ ਸਹਿਯੋਗ ਦਿੱਤਾ ਹੈ, ਪਰ ਉਹਨਾਂ ਨੇ ਇਹ ਹੈਗਾ ਕਿ ਉਹਨਾਂ ਨੇ ਸਾਨੂੰ ਇੱਕ ਮਾਣ ਬਖਸ਼ਿਆ, ਤਾਂ ਸਾਨੂੰ ਅੱਗੇ ਲਗਾ ਕੇ ਉਹਨਾਂ ਨੂੰ ਸਾਨੂੰ ਇੱਕ ਟਰਸਟ ਦਿੱਤਾ ਕਿ ਤੁਸੀਂ ਲੜੋ। ਅਸੀਂ ਜੀ ਤੁਹਾਨੂੰ ਵਕੀਲ ਵਾਸਤੇ ਪੈਸਾ ਚਾਹੀਦਾ ਹੈ, ਜੀ ਤੁਹਾਨੂੰ ਹੋਰ ਸਪੋਰਟ ਚਾਹੀਦੀ ਹੈ, ਅਸੀਂ ਤਿੰਨੋਂ ਗੁਰਦੁਆਰੇ ਦੇਵਾਂਗੇ, ਪਰ ਤੁਸੀਂ ਯੂਥ ਅੱਗੇ ਲੜੋ ਅਤੇ ਸਹੀ ਤਰੀਕੇ ਨਾਲ ਲੜੋ। ਇਸ ਕਰਕੇ ਮੈਂ ਕਹਾਂਗਾ ਕਿ ਬਿਲਕੁਲ ਗਲਤ ਹੈਗਾ ਸੋਚਣਾ ਕਿ ਇਹ ਇੱਕ ਬੰਦੇ ਦਾ ਖੇਲ ਹੈਗਾ। ਇੱਥੇ ਬਹੁਤ ਬੰਦਿਆਂ ਨੇ ਕੰਟਰੀਬਿਊਟ ਕੀਤਾ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈਗੇ ਆ, ਜਿਨ੍ਹਾਂ ਨੇ ਉਹਨਾਂ ਨੇ ਆਪਣੀ ਨਹੀਂ ਸੋਚੀ, ਉਹਨਾਂ ਨੇ ਕਮਿਊਨਿਟੀ ਦੀ ਸੋਚੀ। ਇਸ ਕੇਸ ਦੀ ਪੂਰੀ ਜਾਣਕਾਰੀ ਸੀ ਕਿ ਕਿਸ ਤਰ੍ਹਾਂ ਇਹ ਮੁਸ਼ਕਿਲ ਆਈ ਹੈਗੀ, ਔਰ ਤੁਸੀਂ ਆਪਣੇ ਬਿਹਾਫ ਦੇ ਉੱਪਰ ਇੰਡੀਆ ਜਿਹੜੇ ਹੈਗਾ ਪੰਜਾਬ ਦੇ ਕੈਬਨਿਟ ਮਿਨਿਸਟਰ ਹਰਸਿਮਰਤ ਕੌਰ ਬਾਦਲ ਜੀ, ਉਹਨਾਂ ਨਾਲ ਕੰਟੈਕਟ ਕੀਤਾ, ਕਿਉਂਕਿ ਹਰ ਇੱਕ ਬੰਦੇ ਨੂੰ ਡਿਊਟੀ ਦਿੱਤੀ ਗਈ ਸੀ ਕਿ ਜਿੱਥੇ ਵੀ ਤੁਹਾਡਾ ਕੰਟੈਕਟ ਹੈ ਤੁਸੀਂ ਉਹਦੇ ਨਾਲ ਕੰਟੈਕਟ ਕਰੋ। ਤੁਸੀਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਚਿੱਠੀ ਪਾਈ ਆ। ਤਾਂ ਤੁਹਾਡੇ ਅਨੁਸਾਰ ਜਿਹੜਾ ਪੂਰਾ ਕੇਸ ਸੀਗਾ ਉਹ ਕਿਸ ਤਰ੍ਹਾਂ ਰਿਹਾ, ਕਿੰਨਾ ਕੁ ਔਖਾ ਰਿਹਾ, ਔਰ ਕਿਸ ਦੀ ਕਿਸੇ ਇੱਕ ਬੰਦੇ ਦੀ ਕੰਟਰੀਬਿਊਸ਼ਨ ਸੀ ਜਾਂ ਪੂਰੀ ਯੂਨਿਟੀ ਜਿਹੜੀ ਇਹਦੇ ਵਿੱਚ ਸ਼ਾਮਲ ਸੀ? ਵੀਰ ਜੀ, ਪਹਿਲੀ ਗੱਲ ਤਾਂ ਵੀ ਆਪਣੀ ਜਿਹੜੀ ਪਿਛਲੀ ਇੰਟਰਵਿਊ ਸੀ 2 ਸਾਲ ਪਹਿਲਾਂ ਅਕਤੂਬਰ 'ਚ ਹੀ ਹੋਈ ਸੀ। ਜਦੋਂ ਕੇਸ ਸ਼ੁਰੂ ਕੀਤਾ ਸੀ, ਭੈਣ ਜੀ ਹਰਸਿਮਰਤ ਕੌਰ ਨੂੰ ਪਹਿਲਾਂ ਚਿੱਠੀ ਪਾਈ, ਉਹਨਾਂ ਨੇ ਇਮੀਡੀਏਟਲੀ ਜਵਾਬ ਦਿੱਤਾ। ਉਹਨਾਂ ਸੁਸ਼ਮਾ ਸਵਰਾਜ ਜੀ ਉਦੋਂ ਮਿਨਿਸਟਰ ਸੀ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਪੂਰਾ ਜ਼ੋਰ ਲਾਵਾਂਗੇ। ਉਸ ਤੋਂ ਬਾਅਦ ਮੈਂ ਪਰਸਨਲੀ ਜਾ ਕੇ 8 ਨਵੰਬਰ 2018 ਨੂੰ ਹਰਸਿਮਰਤ ਬਾਦਲ ਜੀ ਨੂੰ ਮਿਲਿਆ ਮੈਂ ਉੱਥੇ ਇੰਡੀਆ। ਉਹਨਾਂ ਨੂੰ ਉਦੋਂ ਮੈਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਆ ਰਹੇ ਨੇ ਇੰਡੀਆ, ਐਂਡ ਉਹਨਾਂ ਨੇ ਫਿਰ ਪ੍ਰਾਈਮ ਮਿਨਿਸਟਰ ਆਫ ਨਾਰਵੇ ਜਦੋਂ ਇੰਡੀਆ ਆਏ ਅਤੇ ਉਹਨਾਂ ਨਾਲ ਉੱਥੇ ਉਹਨਾਂ ਨੇ ਮੀਟਿੰਗ ਕੀਤੀ ਦਿੱਲੀ ਜੀ, ਅਤੇ ਉੱਥੇ ਨਾਲ ਬਹੁਤ ਜ਼ੋਰ ਦੇ ਕੇ ਗੱਲ ਕੀਤੀ। ਐਂਡ ਰਹੀ ਕਿ ਭੈਣ ਜੀ ਨੇ ਬਹੁਤ ਜ਼ੋਰ ਲਾਇਆ। ਅਤੇ ਦੂਜੀ ਗੱਲ ਇਹ ਵੀ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਜੀ, ਉਹਨਾਂ ਨੇ ਉੱਧਰੋਂ ਬਹੁਤ ਤਗੜੇ ਤਰੀਕੇ ਨਾਲ ਗੱਲ ਕੀਤੀ। ਇੱਥੋਂ ਆ ਕੇ ਅਰਨਾ ਸੂਲਬਰਗ ਨੇ ਉਹਨਾਂ ਨੂੰ ਵਾਪਸ ਚਿੱਠੀ ਵੀ ਲਿਖੀ ਕਿ ਉਹ ਪਰਸਨਲੀ ਇਸ ਕੇਸ ਨੂੰ ਵੇਖਣਗੇ। ਅਤੇ ਉਸ ਤੋਂ ਉਪਰੰਤ ਸਾਰੀ ਕਮਿਊਨਿਟੀ ਨੇ ਇੱਕ ਆਪਣੀ ਯੂਨਿਟੀ ਵਿਖਾਈ ਆ ਜੀ। ਸਾਰੇ ਇੱਕ ਹੋ ਕੇ ਲੜਾਈ ਲੜੇ ਆ ਜੀ। 6 ਸਾਲ ਤੇ ਲੱਗ ਗਏ, ਪਰ ਆਪਣੀ ਜਿੱਤ ਹੋ ਗਈ। ਕੱਲ੍ਹ ਤੋਂ ਇਹ ਕਾਨੂੰਨ ਲਾਗੂ ਹੋ ਜਾਊਗਾ ਜੀ, ਅਤੇ ਸਾਰੀ ਸਿੱਖ ਕਮਿਊਨਿਟੀ, ਸਿੱਖ ਕੌਮ ਦੀ ਬਹੁਤ ਬਹੁਤ ਵਧਾਈ ਹੈ ਜੀ। I think from a legal human rights perspective it was not very challenging. It was kind of pretty obvious what the result would be. But on the so that
comes to the privacy element, to the freedom of religion or belief, to the anti-discrimination, to the freedom of movement. But on the political part, it was far more difficult to get attention and to get the high enough pressure towards the government and the parliament on reaching a solution. So the legal part was easy, but the political part was far more difficult. Do you think it could be one person could be responsible for this case? One person could solve this case? No, not at all. I think this has been achieved through the unity of the Norwegian Sikhs. There have been very many people involved. It has been a very strong community. It is one of the strongest, I would say, diasporas in Norway. And in addition, they had support from the Indian government. They had support from different civil society organizations around the world. So this has been a joint effort, but mainly driven by the resources internally in the Norwegian Sikh diaspora. ਥੈਂਕ ਯੂ ਵੈਰੀ ਮਚ। ਸੋ ਇਹ ਸੀ ਵਕੀਲ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਕੇਸ ਦੀ ਪੈਰਵਾਈ ਕੀਤੀ ਹੈ ਔਰ 2014 ਤੋਂ ਲੈ ਕੇ ਹੁਣ ਤੱਕ ਇਹ ਕੇਸ ਲੜਿਆ ਆ ਔਰ ਉਹਨਾਂ ਦਾ ਬਿਲਕੁਲ ਕਹਿਣਾ ਸਹੀ ਹੈ ਕਿਸੇ ਇੱਕ ਬੰਦੇ ਦਾ ਇਹਦੇ ਵਿੱਚ ਐਫਰਟ ਨਹੀਂ ਸੀ, ਕੋਈ ਇੱਕ ਬੰਦਾ ਇਸ ਕੇਸ ਦਾ ਰਿਸਪੌਂਸੀਬਲ ਨਹੀਂ ਸੀ ਕਿ ਪੂਰੀ ਸਿੱਖ ਸੰਗਤ ਹੈ ਉਹ ਵੀ ਇਨਵੋਲਵ ਸੀ, ਇੰਡੀਅਨ ਐਮਬੈਸੀ ਵੀ ਇਸ ਵਿੱਚ ਇਨਵੋਲਵ ਸੀ। ਇਸ ਤੋਂ ਇਲਾਵਾ ਇੰਡੀਆ ਤੋਂ ਜੋ ਪੋਲੀਟੀਸ਼ੀਅਨ ਸੀਗੇ ਉਹਨਾਂ ਨੇ ਵੀ ਪੂਰਾ ਸਾਥ ਦਿੱਤਾ ਆ ਔਰ ਇੰਡੀਅਨ ਐਮਬੈਸੀ ਦਾ ਵੀ ਪੂਰਾ ਸਾਥ ਰਿਹਾ ਇੱਥੋਂ ਔਰ ਇੱਥੋਂ ਦੇ ਲੋਕਲ ਜੋ ਸਿੱਖ ਸੰਗਤ ਸੀਗੀ ਹਰ ਇੱਕ ਸਿੱਖ ਬੰਦੇ ਦਾ ਜਿਸ ਨੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਐਫਰਟ ਕੀਤਾ ਹੈ ਉਹ ਇਸ ਜਿੱਤ ਵਿੱਚ ਸ਼ਾਮਲ ਸੀ। ਸੋ ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਸੀ, ਪੂਰੀ ਸਿੱਖ ਸੰਗਤ ਦਾ ਇਹ ਜੋ ਕਾਰਜ ਸੀਗਾ ਜੋ ਨੇਪਰੇ ਚੜ੍ਹਿਆ ਹੈ ਔਰ ਸਿੱਖਾਂ ਨੂੰ ਜੋ ਇਸ ਕੇਸ ਦੇ ਵਿੱਚ ਸਫਲਤਾ ਹਾਸਲ ਹੋਈ ਹੈ। PTC ਨਿਊਜ਼ ਦੇ ਲਈ ਮੈਂ ਮਨਦੀਪ ਪੂਨੀਆ, ਨਾਰਵੇ।